ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ ਲੋਕਪਾਲ ਦੇ ਕੋਲ ਸ਼ਿਕਾਇਤ ਕਰ ਦਿੱਤੀ ਹੈ। ਸ਼ਿਕਾਇਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਮੋਹਾਲੀ ਦੀ 31 ਏਕੜ ਕਰਮਸ਼ੀਲ ਜ਼ਮੀਨ ਨੂੰ ਮਿਲੀ ਭਗਤ ਨਾਲ ਇੱਕ ਵੱਡੀ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜੇਕਰ ਜਾਂਚ ਕਰਵਾਈ ਜਾਵੇ ਤਾਂ 500 ਕਰੋੜ ਤੋਂ ਵੱਧ ਦਾ ਸਕੈਂਡਲ ਸਾਹਮਣੇ ਆ ਸਕਦਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਬਾਰੇ ਉਹਨਾਂ ਮੁੱਖ ਮੰਤਰੀ ਕੋਲ ਵੀ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਮਿਨਿਸਟਰ ਨੇ ਉਹਨਾਂ ਦੇ ਖਿਲਾਫ ਤੇ 10 ਹੋਰ ਬੰਦਿਆਂ ਦੇ ਖਿਲਾਫ ਦਿੱਤੀ। ਸਾਡਾ ਇਲਜ਼ਾਮ ਹੈ ਕਿ ਉਹਨਾਂ ਨੇ ਸਰਕਾਰ ਦੀ 31 ਏਕੜ ਜ਼ਮੀਨ ਜਿਹੜੀ ਕਿ JCT ਇਲੈਕਟ੍ਰੋਨਿਕਸ ਨੂੰ PSIEC ਨੇ ਰਿਜ਼ਰਵ ਪ੍ਰਾਈਸ ਤੇ ਅਲਾਟ ਕੀਤੀ ਸੀ। ਉਸ ਤੋਂ ਬਾਅਦ ਉਹ ਕੰਪਨੀ ਫੇਲ ਹੋ ਗਈ, ਲਿਕੁਇਡੇਸ਼ਨ ਚਲੀ ਗਈ। ਪ੍ਰਾਪਰਟੀ ਜਿਹੜੀ ਸੀ ਉਹ ਲਿਕੁਇਡੇਟਰ ਕੋਲ ਚਲੀ ਗਈ। ਲਿਕੁਇਡੇਟਰ ਨੇ ਅੱਗੇ ਇੱਕ ਏਜੰਸੀ ਨੂੰ ਅੰਗੇਜ ਕਰ ਲਿਆ, ਸਮਝ ਗਏ ਨਾ। ਲੇਕਿਨ ਇਹ ਸ਼ਾਮ ਸੁੰਦਰ ਅਰੋੜਾ ਹੁਣਾਂ ਨੇ ਆਪਣੇ ਬੰਦੇ ਖੜੇ ਕਰਕੇ ਉਹ ਸਾਰੀ ਜਿਹੜੀ ਸਿੰਗਲ ਬਿੱਡ 'ਚ 90 ਕਰੋੜ 'ਚ ਇੱਕ ਪ੍ਰਾਈਵੇਟ ਪਾਰਟੀ ਨੂੰ ਦੇ ਦਿੱਤੀ ਔਰ ਉਹਨਾਂ ਨੇ 90 ਕਰੋੜ 'ਚੋਂ ਵੀ 45 ਕਰੋੜ ਰੁਪਈਆ ਅਦਾ ਕੀਤਾ ਔਰ ਨਾਲ ਹੀ ਇੱਕ ਵੈਬਸਾਈਟ ਲਾਂਚ ਕਰਤੀ, ਇੱਕ ਬਰੋਸ਼ਰ ਲਾਂਚ ਕਰਤਾ, ਪਲਾਟ ਕੱਟ ਤੇ ਉਹਦੀ ਕੀਮਤ ਜਿਹੜੀ ਸੀ 20,000 ਰੁਪਏ ਪ੍ਰਤੀ ਗਜ ਰੱਖਤੀ ਔਰ ਐਡਵਾਂਸ ਲੈ ਲਏ ਲੋਕਾਂ ਤੋਂ। ਜਦੋਂ ਅਸੀਂ ਦਸੰਬਰ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਤੁਸੀਂ ਹੈਰਾਨ ਹੋਵੋਗੇ, ਦਸੰਬਰ 20 'ਚ ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ, ਸੇਮ ਡੇ ਦਾ ਵੈਬਸਾਈਟ ਵਾਜ਼ ਵਿਡਰੋਨ। ਉਹ ਬਰੋਸ਼ਰ ਜਿਹੜਾ ਸੀ ਵੈਬਸਾਈਟ 'ਤੇ ਪਿਆ ਉਹ ਵੀ ਵਿਡਰੋਨ ਹੋ ਗਿਆ। ਉਹ ਅੱਜ ਤੱਕ ਦੈਟ ਵੈਬਸਾਈਟ ਹੈਜ਼ ਨਾਟ ਸੀਨ ਦਾ ਲਾਈਟ ਆਫ ਦੀ ਡੇ। ਉਹ ਕਿਹਾ ਜਾ ਰਿਹਾ ਇਟ ਇਜ਼ ਅੰਡਰ ਰਿਪੇਅਰ, 1 ਸਾਲ ਦਾ ਅੰਡਰ ਰਿਪੇਅਰ ਆ, ਸਮਝ ਗਏ ਨਾ। ਤੋ ਅਸੀਂ ਉਹਦੇ ਮੈਂ RTI 'ਚ ਬਹੁਤ ਸਾਰੇ ਡਾਕੂਮੈਂਟ ਮੰਗੇ, ਬਹੁਤ ਸਾਰੇ ਮੇਰੇ ਕੋਲ ਆਏ, ਬਹੁਤ ਸਾਰੇ ਨਹੀਂ ਆਏ। ਮੈਂ ਫਾਈਲ ਦੀ ਇਨਸਪੈਕਸ਼ਨ ਕਰਨ ਲਈ PSIDC ਦੀ ਆਗਿਆ ਮੰਗੀ ਸੀ, ਲੇਕਿਨ ਉਹ PSIDC ਨੇ ਆਗਿਆ ਨਹੀਂ ਦਿੱਤੀ। ਤੇ ਫਿਰ ਸਾਡੇ ਕੋਲ ਕੋਈ ਚਾਰਾ ਨਾ ਰਿਹਾ ਵੀ ਅਸੀਂ ਲੋਕਪਾਲ ਨੂੰ ਕੰਪਲੇਂਟ ਦੇਈਏ। ਅਸੀਂ ਸਾਰੇ ਡਾਕੂਮੈਂਟ ਇਕੱਠੇ ਕਰਕੇ ਅੱਜ ਅਸੀਂ ਵਿਧੀਵਿਧ ਤਰੀਕੇ ਨਾਲ ਮਾਨਯੋਗ ਲੋਕਪਾਲ ਜਸਟਿਸ ਸੇਵਾ ਮੁਕਤ ਵਿਨੋਦ ਸ਼ਰਮਾ ਜੀ ਉਹਨਾਂ ਨੂੰ ਆਪਣੀ ਪਟੀਸ਼ਨ ਫਾਈਲ ਕਰ ਦਿੱਤੀ ਹੈ 11 ਵਜੇ ਔਰ ਉਹਨਾਂ ਨੇ ਆਪਣੇ ਦਫ਼ਤਰ ਨੂੰ ਕਿਹਾ ਕਿ ਕੱਲ੍ਹ ਹੀ ਮਾਮਲਾ ਪੁੱਟ ਅਪ ਕਰੋ। ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਪਹਿਲਾਂ ਮੈਂ ਅੰਡਰ ਸੈਕਸ਼ਨ 12 ਆਫ ਦੀ ਲੋਕਪਾਲ ਐਕਟ ਇਹਦੀ ਇਨੀਸ਼ੀਅਲ ਜਿਹੜੀ ਹੈਗੀ ਹੈ ਉਹ ਪੜਚੋਲ ਕਰਾਂਗੇ ਔਰ ਜੇ ਪ੍ਰੀਮਾ ਫਸਾਈ ਇਟ ਇਜ਼ ਐਸਟੈਬਲਿਸ਼ ਕਿ ਗੜਬੜ ਹੋਈ ਹੈ, ਫਿਰ ਇਹਦੀ ਅੰਡਰ ਸੈਕਸ਼ਨ 13 ਆਫ ਦੀ ਲੋਕਪਾਲ ਐਕਟ ਸੇ ਰੈਗੂਲਰ ਇਨਕੁਆਇਰੀ ਕਰਾਂਗੇ। ਕਿਹੜੇ ਵਿਅਕਤੀ ਦੇ ਨਾਮ ਸਰ ਜਾਂ ਕੋਈ ਹੋਰ ਮੰਤਰੀਆਂ ਦੇ? ਤੁਹਾਨੂੰ ਸਾਰੀਆਂ ਕਾਪੀਆਂ ਅਸੀਂ ਦੇ ਰਹੇ ਹਾਂ, ਉਹਦੇ 'ਚ ਜਿੰਨੇ ਹੈਗੇ ਨੇ ਬੰਦੇ ਸਭ ਦੇ ਨਾਂ ਹੈਗੇ। ਗਊਸ਼ਾਲਾ ਵਾਲਾ ਇਸ ਤੋਂ ਬਾਅਦ ਆਏਗਾ। ਸਰ 125 ਕਰੋੜ ਦਾ ਜੇ ਕਿਹਾ ਜਾ ਰਿਹਾ ਤੁਲੰਦਾ ਵੱਲੋਂ ਜੇ ਬਿਆਨ ਦਿੱਤਾ ਗਿਆ, ਮੰਨਦੇ ਹੋ ਕਿਤੇ ਨਾ ਕਿਤੇ ਸਾਰੇ ਮਿਲੇ ਹੋਏ ਨੇ? ਨਹੀਂ, ਉਹ ਅਤੁਲ ਨੰਦਾ ਦੀ ਗੱਲ ਤੋਂ ਬਾਅਦ ਤਾਂ ਸਾਡੀ ਜਿਹੜਾ ਸਾਡਾ ਇਲਜ਼ਾਮ ਸੀ ਉਹ ਸਟੈਬਲਿਸ਼ ਹੋ ਗਿਆ ਨਾ ਜੀ। ਬਈ ਅਸੀਂ ਤਾਂ ਕਹਿੰਦੇ ਸੀ ਵੀ 400 ਕਰੋੜ ਦਾ, ਉਹਨਾਂ ਨੇ ਮੰਨ ਲਿਆ ਵੀ ਚੋਰੀ 125 ਕਰੋੜ ਦੀ ਹੈ, ਖਜ਼ਾਨੇ ਨੂੰ ਨੁਕਸਾਨ ਹੋਇਆ। ਐਡਵੋਕੇਟ ਜਨਰਲ ਕਹਿੰਦਾ, ਐਡਵੋਕੇਟ ਜਨਰਲ ਦੀ ਰਿਪੋਰਟ ਤੋਂ ਬਾਅਦ, ਓਪੀਨੀਅਨ ਤੋਂ ਬਾਅਦ ਫਾਈਨਾਂਸ ਡਿਪਾਰਟਮੈਂਟ ਨੇ PSIDC ਨੂੰ ਲਿਖਤਾ ਵੀ ਇਹਨੂੰ ਕੈਂਸਲ ਕਰੋ। ਨਾਲ ਉਹਨਾਂ ਨੇ ਕਹਿਤਾ ਵੀ ਟ੍ਰਿਪਰਟਾਈਟ ਜਿਹੜਾ ਐਗਰੀਮੈਂਟ ਸੀ ਉਹ ਅਸੀਂ ਰਿਵੋਕ ਕਰਦੇ ਹਾਂ, ਕਿਉਂਕਿ ਟ੍ਰਿਪਰਟਾਈਟ ਜਿਹੜਾ ਐਗਰੀਮੈਂਟ ਸੀ ਉਹ ਜਿਹੜੀ ਮੌਜੂਦਾ ਚੀਫ ਸੈਕਟਰੀ ਹੈ ਇਹਨੇ ਕੀਤਾ ਸੀ। ਸ਼ੀ ਵਾਜ਼ ਐਡੀਸ਼ਨਲ ਚੀਫ ਸੈਕਟਰੀ ਇੰਡਸਟਰੀ। ਹੁਣ ਸਾਰੇ ਫਸਣਗੇ ਇੱਕ ਇੱਕ ਕਰਕੇ ਹੁਣ ਆਪਣੀ ਧੌਣ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਧੌਣਾ ਸਾਰੇ ਇਹਦੀਆਂ ਆ ਜਾਣ ਕਾਨੂੰਨ ਦੀ ਜ਼ਦ 'ਚ। ਸਾਡੀ ਤਾਂ ਕੋਸ਼ਿਸ਼ ਹੀ ਹੈ ਨਾ, ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ, ਲੇਕਿਨ ਸਿਸਟਮ ਜਿਹੜਾ ਹੈਗਾ ਨਾ ਉਹ ਕਰਪਸ਼ਨ ਦੀ ਮਦਦ ਕਰ ਰਿਹਾ। ਸਰ ਤੁਸੀਂ ਮੰਨਦੇ ਹੋ ਅਫਸਰਸ਼ਾਹੀ ਤੇ ਮੰਤਰੀ ਮਿਲ ਕੇ ਕਰਪਸ਼ਨ ਕਰਦੇ, ਕਿਉਂਕਿ ਇੱਕ ਬੰਦੇ ਦੀ ਇੰਨਾ ਕਰੋੜ ਦਾ ਉਹ ਕਰਨਾ, ਗਬਨ ਕਰਨਾ ਜ਼ਰੂਰੀ ਨਹੀਂ ਹੈ? ਦੇਖੋ, ਕਰਪਸ਼ਨ ਹੋ ਹੀ ਨਹੀਂ ਸਕਦੀ ਪੋਲੀਟੀਕਲ ਜੇ ਅਫਸਰਸ਼ਾਹੀ ਸ਼ਾਮਲ ਨਾ ਹੋਵੇ। ਅਫਸਰਸ਼ਾਹੀ ਪ੍ਰਪੋਜ਼ਲ ਲਿਆਉਂਦੀ ਆ ਕਰਪਸ਼ਨ। ਪਹਿਲਾ ਪੇੜਾ ਜਿਹੜਾ ਕਰਪਸ਼ਨ ਦਾ ਨਾ ਵਜ਼ੀਰ ਦੇ ਮੂੰਹ 'ਚ ਜਾਂ ਮੁੱਖ ਮੰਤਰੀ ਦੇ, ਉਹ ਬਿਊਰੋਕਰੈਟਸ ਪਾਉਂਦੇ ਨੇ। ਉਹ ਬਹੁਤ ਸਵਾਦੀ ਹੁੰਦਾ,
ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਵਜ਼ੀਰ ਜਗਾੜੀ ਕਰਨ ਲੱਗ ਗਿਆ, ਸਵਾਦ ਪੈ ਗਿਆ, ਫਿਰ ਦੇ ਕਰਪਸ਼ਨ ਤੇ ਕਰਪਸ਼ਨ। ਇੱਥੇ ਕਿਤੇ ਥੋੜੀ ਹੈ, ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿੰਨੇ ਲੱਖ ਕਰੋੜ ਦੀ ਹੋ ਹੀ ਕਰਪਸ਼ਨ ਰਹੀ ਹੈ। ਦੇਰ ਇਜ਼ ਨੋ ਗਵਰਨੈਂਸ ਇਨ ਦਾ ਸਟੇਟ ਆਫ ਪੰਜਾਬ, ਇਟਸ ਓਨਲੀ ਕਰਪਸ਼ਨ ਕਰਪਸ਼ਨ ਕਰਪਸ਼ਨ। ਜਿਹੜੇ ਬਿਊਰੋਕਰੈਟਸ honest ਨੇ, ਦੇਰ ਆਰ ਪੀਪਲ ਵਿਦ ਇੰਪੈਕੇਬਲ ਇੰਟੈਗ੍ਰਿਟੀ, ਉਹ ਖੁੱਡੇ ਲਾਈਨ ਨੇ, ਉਹਨਾਂ ਨੂੰ ਸੁਣਦਾ ਕੋਈ ਨਹੀਂ। ਔਰ ਦੇਖੋ ਨਾ, ਜਿਹਨੇ ਬਿਜਲੀ ਸਮਝੌਤੇ ਕੀਤੇ, ਹੁਣ ਅਸੀਂ ਪੁੱਛਦੇ ਹਾਂ ਅਮਰਿੰਦਰ ਸਿੰਘ ਨੂੰ, ਉਹ ਕਹਿੰਦਾ ਸੀ ਮੈਂ ਵਾਈਟ ਪੇਪਰ ਲਿਆਉਂਗਾ, ਕਿੱਥੇ ਆ ਵਾਈਟ ਪੇਪਰ? ਕੋਈ ਆਰਡਰ ਹੀ ਨਹੀਂ ਮੰਨ ਰਿਹਾ। ਦਵਿੰਦਰ ਜੀ, ਮੰਨਦੇ ਹੋ ਕਿਤੇ ਨਾ ਕਿਤੇ ਇਲੈਕਸ਼ਨ ਨਜ਼ਦੀਕ ਹੈ, 4.5 ਸਾਲ ਹੋ ਗਏ, ਤੁਸੀਂ ਕਿਹਾ ਨਾ ਵਾਈਟ ਪੇਪਰ ਲਿਆਉਣ ਦੀ ਗੱਲ ਕੀਤੀ ਸੀ, 4.5 ਸਾਲ ਅਗਰ ਸਾਰੇ ਵਿਰੋਧੀ ਧਿਰ ਚੁੱਪ ਰਹਿੰਦੀ ਹੈ ਤਾਂ ਕਿਤੇ ਨਾ ਸਵਾਲ ਵਿਰੋਧੀ ਧਿਰ ਤੇ ਵੀ ਲੱਗਦੇ ਨੇ। ਸਾਨੂੰ ਤਾਂ ਜੀ ਪਿਛਲੇ 4 ਸਾਲ 'ਚ ਕੋਈ ਇੱਕ ਦਿਨ ਤੁਸੀਂ ਮੀਡੀਆ ਕੱਢ ਕੇ ਦੱਸ ਦੇ ਜਿੱਦਣ ਅਸੀਂ ਕਰਪਸ਼ਨ ਦੇ ਖਿਲਾਫ ਲੜੇ ਨਹੀਂ ਤੇ ਬੋਲੇ ਨਹੀਂ, ਜਾਂ ਸੌਂ ਗਏ ਹੋਈਏ, ਜਾਂ ਕੋਈ ਕੰਪਰੋਮਾਈਜ਼ ਕੀਤਾ ਹੋਵੇ। ਅਸੀਂ ਤਾਂ ਲਗਾਤਾਰ ਲੜ ਰਹੇ ਹਾਂ, ਤੁਹਾਡੀ ਮਦਦ ਨਾਲ ਲੜ ਰਹੇ ਹਾਂ, ਪੇਸ਼ ਨਹੀਂ ਜਾਂਦੀ ਕਿਉਂਕਿ ਰਾਹਤ ਨਹੀਂ ਮਿਲਦੀ। ਸਰ ਹੱਲ ਕੀ ਦੇਖਦੇ ਹੋ? ਪੂਰੀ ਅਫਸਰਸ਼ਾਹੀ ਤੇ ਸਿਸਟਮ ਜੇ ਇਸ ਤਰ੍ਹਾਂ ਕਰਪਸ਼ਨ 'ਚ ਗਲਤਾਨ ਆ ਤਾਂ ਆਮ ਲੋਕਾਂ ਦਾ ਕੀ ਬਣੇਗਾ? ਕਲੈਪਸ ਹੋ ਗਿਆ ਸਿਸਟਮ, ਸਾਰਾ ਕਲੈਪਸ ਹੋ ਗਿਆ। ਜੇ ਸਿਸਟਮ ਰਾਹ ਰਾਸਤੇ ਤੇ ਨਾ ਆਇਆ, ਜਿਹੜੇ ਇੰਸਟੀਟਿਊਸ਼ਨ, ਜਿਵੇਂ ਹੁਣ ਇਹ ਵੀ ਤਾਂ ਇੱਕ ਇੰਸਟੀਟਿਊਸ਼ਨ ਹੈ ਜਿਹਦੇ ਕੋਲ ਅਸੀਂ ਜਾ ਕੇ ਆਏ, ਅਸੀਂ ਇਸ ਉਮੀਦ ਨਾਲ ਗਏ ਹਾਂ ਕਿ ਇੱਥੇ ਨਿਆਂ ਹੋਏਗਾ। ਇਹ ਜਿਹੜਾ ਇੰਸਟੀਟਿਊਸ਼ਨ ਲੋਕ ਪਾਲਦਾ ਹੈ, ਇਹ ਪੋਲੀਟੀਕਲ ਕਰਪਸ਼ਨ ਨੂੰ ਦੂਰ ਕਰਨ ਲਈ ਬਣਿਆ ਵੀ ਇੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਇਹ ਇਸ ਇੰਸਟੀਟਿਊਸ਼ਨ ਦਾ ਵੀ ਇਮਤਿਹਾਨ, ਇਟ ਇਜ਼ ਅ ਟੈਸਟ ਕੇਸ ਕਿ ਇਹ ਇੰਸਟੀਟਿਊਸ਼ਨ ਕਿੰਨਾ ਨਿਆਂ ਕਰਦਾ, ਠੀਕ ਹੈ ਨਾ। ਜੇ ਇੱਕ ਇੱਕ ਕਰਕੇ ਜਿਹੜੇ ਇੰਸਟੀਟਿਊਸ਼ਨਸ ਨੇ ਉਹੀ ਕਲੈਪਸ ਹੋਣੇ ਸ਼ੁਰੂ ਹੋ ਗਏ, ਫਿਰ ਬਣੇਗਾ ਕੀ? ਡੈਮੋਕ੍ਰੈਟਿਕ ਪੋਲਿਟੀ ਦਾ ਕੀ ਬਣੇਗਾ? ਸਾਰੇ ਸਿਸਟਮ ਆਫ ਗਵਰਨੈਂਸ ਦਾ ਕੀ ਬਣੇਗਾ? ਹੁਣ ਤੇ ਕੋਈ ਫਿਲਹਾਲ ਕੋਈ ਉਮੀਦ ਨਜ਼ਰ ਨਹੀਂ ਆ ਰਹੀ, ਕਿਉਂਕਿ ਸਾਰਾ ਸਿਸਟਮ ਕਰਪਟ ਹੋ ਗਿਆ। ਜਿਹੜਾ ਜੇ ਕੋਈ ਛੋਟਾ ਜੱਜ ਕਿਸੇ ਨੂੰ ਸਜ਼ਾ ਦੇ ਦਿੰਦਾ ਤਾਂ ਉਦੋਂ ਵੱਡਾ ਜੱਜ ਮਾਫ ਕਰ ਦਿੰਦਾ, ਸਮਝ ਗਏ ਨਾ। ਜੇ ਹੇਠਲਾ ਛੋਟਾ ਜੱਜ ਕਿਸੇ ਦੀ ਬੇਲ ਰਿਜੈਕਟ ਕਰ ਦਿੰਦਾ, ਉਦੋਂ ਉੱਪਰਲਾ ਐਕਸੈਪਟ ਕਰ ਦਿੰਦਾ। ਕਿਉਂਕਿ ਵਿਵਸਥਾ ਜਿੱਥੇ ਜਿਸ ਕਾਨੂੰਨ 'ਚ ਮੁਜਰਮ ਨੂੰ ਬੇਲ ਦੀ, ਜ਼ਮਾਨਤ ਦੀ ਵਿਵਸਥਾ ਸਹੂਲਤ ਹੈ, ਉੱਥੇ ਇਨਸਾਫ ਹੋਣਾ ਬਹੁਤ ਮੁਸ਼ਕਲ। ਮੰਨ ਲਿਆ ਜਾਵੇ ਪੰਜਾਬ ਜੰਗਲ ਰਾਜ ਵੱਲ ਵਧ ਰਿਹਾ। ਮੈਂ ਤਾਂ ਬਹੁਤ ਕੁਝ ਕਹਿਤਾ, ਤੁਹਾਡੇ ਸ਼ਬਦ ਤਾਂ ਨਹੀਂ ਮੈਂ ਬਾਰੋ ਕਰਾਂਗਾ। ਜਦੋਂ ਮੈਂ ਇਹ ਕਹਿਤਾ ਦੇਰ ਇਜ਼ ਅ ਟੋਟਲ ਕਲੈਪਸ ਆਫ ਗਵਰਨੈਂਸ, ਦੇਰ ਇਜ਼ ਅ ਟੋਟਲ ਕਲੈਪਸ ਆਫ ਦੀ ਸਿਸਟਮ, ਕਿਸੇ ਨੇ ਸਵਾਲ ਹੀ ਨਹੀਂ ਕੀਤਾ। ਜਦੋਂ ਮੁੱਖ ਮੰਤਰੀ ਆਪਣਾ ਸਰਕਾਰੀ ਨਿਵਾਸ ਸਥਾਨ ਛੱਡ ਕੇ ਪ੍ਰਾਈਵੇਟ ਮਹਿਲ 'ਚ ਚਲਾ ਜਾਂਦਾ, ਕਿਸੇ ਨੇ ਸਵਾਲ ਨਹੀਂ ਕੀਤਾ। ਜਦੋਂ ਮੁੱਖ ਮੰਤਰੀ 3 ਸਾਲ ਆਪਦੇ ਦਫ਼ਤਰ 'ਚ ਹੀ ਨਹੀਂ ਆਉਂਦਾ, ਕਿਸੇ ਨੇ ਸਵਾਲ ਨਹੀਂ ਕੀਤਾ। ਜਦੋਂ ਮੁੱਖ ਮੰਤਰੀ ਇੱਕ ਪਾਕਿਸਤਾਨੀ ਮਹਿਮਾਨ ਦੀ ਮਹਿਮਾਨ ਨਵਾਜ਼ੀ ਲਈ 2 ਸਾਲ ਉਹਦੀ ਸੇਵਾ 'ਚ ਲੱਗਿਆ ਰਹਿੰਦਾ, ਕਿਸੇ ਨੇ ਸਵਾਲ ਨਹੀਂ ਕੀਤਾ। ਬਣਦਾ ਸੀ ਨਾ ਕਰਨਾ। ਅਸੀਂ ਤਾਂ ਲੜ ਰਹੇ ਹਾਂ, ਸਾਡੇ ਤਾਂ ਰੋਜ਼ ਜਵਾਨਾਂ ਦੇ ਤਾਬੂਤ ਜਿਹੜੇ ਨੇ, ਕਦੇ ਕਸ਼ਮੀਰ ਤੋਂ ਕਦੇ ਚੀਨ ਤੋਂ, ਰੋਜ਼ ਪਿੰਡਾਂ 'ਚ ਸ਼ਹੀਦ ਜਵਾਨਾਂ ਦੇ ਆ ਰਹੇ ਨੇ। ਤੇ ਅਸੀਂ ਇੱਕ ISI ਦੀ ਏਜੰਟ ਜਿਹੜੀ ਹੈ, ਉਹ ਮੁੱਖ ਮੰਤਰੀ ਉਹਦਾ ਮੇਜ਼ਬਾਨ ਬਣਿਆ, ਉਹ ਮਹਿਮਾਨ ਬਣੀ ਹੈ। 2 ਸਾਲ ADGP ਰੈਂਕ ਦੇ ਅਫਸਰ ਉਹਨੂੰ ਸਲੂਟ ਮਾਰ ਰਹੇ ਨੇ ਔਰ ਉਹਦੇ ਬਾਗਾਂ ਦੀ ਰਾਖੀ ਕਰ ਰਹੇ ਨੇ। ਸੁਣੀ ਆ ਨਾ ਉਹ ਤੁਸੀਂ? ਆਪ ਗਏ हैं वहाँ चीकू खाने कभी? चीकू सीताफल जो उसने लगवाए हैं और उसकी राखी करते हैं खूबी राम, और उनकी खूबी सिर्फ ये है कि सेवा मुक्त होने तो बाद IG सेवा मुक्त हुए, ADGP ਦੇ ਰੈਂਕ 'ਚ ਦੁਬਾਰਾ ਲਾਤਾ। ਡਿਊਟੀ ਉਹਨਾਂ ਦੀ ਇਹ ਹੈ ਕਿ ਉਹਨਾਂ ਨੇ ਦਿਨ ਰਾਤ ਜੀ ਹਜ਼ੂਰੀ ਕਰਨੀ ਹੈ ਰੂਸਾ ਆਲਮ ਦੀ, ਉਸਕੋ ਸਲੂਟ ਮਾਰਨਾ ਹੈ, ਉਹਦੇ ਬਾਗਾਂ ਦੀ ਰਾਖੀ ਕਰਨੀ ਹੈ। ਇਦੋਂ ਵੱਡੀ ਘਿਨਾਉਣੀ ਔਰ ਅਨਫਾਰਚੂਨੇਟ ਗੱਲ ਕੀ ਹੋ ਸਕਦੀ ਹੈ ਪੰਜਾਬ ਦੇ ਵਾਸਤੇ? ਜ਼ਮੀਰਾਂ ਹੀ ਮਰ ਗਈਆਂ ਨਾ ਲੋਕਾਂ ਦੀਆਂ, ਪੰਜਾਬ ਦੇ ਲੋਕਾਂ ਦੀਆਂ। ਹਲੇ ਅਮਰਿੰਦਰ ਸਿੰਘ ਥੱਕਿਆ ਨਹੀਂ, ਹਲੇ ਕਹਿੰਦਾ ਮੈਂ ਅਗਲੀ ਵਾਰ ਫੇਰ ਆਊਂਗਾ। ਪਹਿਲੀ ਵਾਰੀ ਮੈਂ ਪਟਿਆਲੇ 'ਚ ਅਮਰਿੰਦਰ ਸਿੰਘ ਦੇ ਘਰ ਵਾਲੀ ਵੱਲੋਂ ਫਲੈਕਸ ਬੋਰਡ ਲਾਏ ਦੇਖੇ ਨੇ, ਕੈਪਟਨ ਦੁਬਾਰਾ, ਕੈਪਟਨ ਦੁਬਾਰਾ। ਉਹ ਬੀਬੀ ਤੈਨੂੰ ਤਾਂ ਪੁੱਛਿਆ ਹੀ ਨਹੀਂ ਉਹਨੇ 4 ਸਾਲ ਪਹਿਲਾਂ ਤਾਂ ਕਿਤੇ ਫਲੈਕਸ ਬੋਰਡ ਲੱਗਿਆ ਨਹੀਂ ਹੈਗਾ, ਠੀਕ ਹੈ ਨਾ ਜੀ। ਹੁਣ ਲਾਤਾ ਜੱਦੀ ਰੂਸਾ ਗਈ ਹੈ। ਸੋ ਲੋਕ ਸਭ ਸਮਝਦੇ ਨੇ।
ਨਵਜੋਤ ਸਿੱਧੂ ਹੋਰਾਂ ਨੇ ਵੀ 4 ਸਲਾਹਕਾਰ ਲਾਏ ਨੇ, ਤੁਹਾਨੂੰ ਲੱਗਦਾ 4 ਸਲਾਹਕਾਰ ਲਾਉਣ ਨਾਲ ਮਸਲੇ ਹੱਲ ਹੋ ਜਾਣਗੇ ਜੀ ਪੰਜਾਬ ਥੋੜੇ ਨੇ 4 ਹਾਂ ਇੱਕ ਤਾਂ ਛੱਡ ਗਏ ਨਹੀਂ ਥੋੜੇ ਨੇ, ਘੱਟੋ ਘੱਟ ਉਹਨੂੰ ਅਮਰਿੰਦਰ ਤੋਂ ਲਿਸਟ ਲੈਣੀ ਚਾਹੀਦੀ ਹੈ। ਉਹਦੇ ਕੋਲ ਜਿਹੜੇ ਵਾਈਟ ਐਲੀਫੈਂਟਸ ਹੈਗੇ ਨੇ ਨਾ, ਠੀਕ ਹੈ ਨਾ ਜੀ, ਉਹਨੇ ਕੁ ਤਾਂ ਲਾਵੇ ਨਾ, ਕਿਉਂਕਿ ਅਮਰਿੰਦਰ ਸਿੰਘ ਨੂੰ ਕਰਾਹੇ ਸਲਾਹਕਾਰਾਂ ਨਹੀਂ ਪਾਇਆ ਹੋਇਆ ਨਾ। ਭਰਤਿੰਦਰ ਸਿੰਘ ਉਹਦਾ ਬੜਾ ਵੱਡਾ ਸਲਾਹਕਾਰ ਆ। ਇੱਕ ਸਲਾਹਕਾਰ ਨੇ ਛੱਡਿਆ, ਇੱਕ ਨਵਜੋਤ ਦਾ ਛੱਡ ਗਿਆ, ਇੱਕ ਅਮਰਿੰਦਰ ਦਾ ਛੱਡ ਗਿਆ। ਉਹ ਕਿਹਨੇ ਛੱਡਿਆ ਪਤਾ ਤੁਹਾਨੂੰ? ਹੱਦ ਹੋ ਗਈ ਯਾਰ ਮੀਡੀਆ ਵਾਲਿਓ। ਪ੍ਰਸ਼ਾਂਤ ਕਿਸ਼ੋਰ ਜਿਹੜਾ ਚੀਫ ਐਡਵਾਈਜ਼ਰ ਸੀ, ਔਰ ਸਾਰੇ ਕੈਬਨਿਟ ਰੈਂਕ 'ਚ ਦਣਾਉਂਦੇ ਫਿਰਦੇ ਨੇ ਲੈ ਕੇ ਨਾਲ ਕਮਾਂਡੋ। ਕਿਸੇ ਦੀ ਗਰੀਬ ਦੀ ਗੱਡੀ ਸਾਈਕਲ ਨਹੀਂ ਚੜ੍ਹਨ ਦਿੰਦੇ ਸੜਕਾਂ ਤੇ, ਪਰ ਇਹਨਾਂ ਦਾ ਹਿਸਾਬ ਕਿਤਾਬ ਹੋਊ। ਤੁਸੀਂ ਦੇਖਿਓ ਆਹ ਫਰਵਰੀ ਦੀਆਂ ਚੋਣਾਂ ਹੋ ਜਾਣ, ਇਹਨਾਂ ਨੂੰ ਲੋਕਾਂ ਨੇ ਸੜਕਾਂ ਤੇ ਨਹੀਂ ਚੜ੍ਹਨ ਦੇਣਾ। BPN ਪੰਜਾਬ ਦੇ ਲਈ ਮੋਹਾਲੀ ਤੋਂ ਸੋਨੂ ਚਾਂਸਲਾ ਦੀ ਰਿਪੋਰਟ।